ਕੀ ਨਸ਼ਾ ਖਤਮ ਹੋਊਗਾ ਜਾਂ ਸਰਕਾਰਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਇਸ ਨੂੰ ਲੈ ਕੇ? ਸਰਕਾਰਾਂ ਨਸ਼ੇ ਦੇ ਰਹੀਆਂ ਨੇ। ਆ ਜਿਹੜੀ ਇੱਕ ਗੋਲੀ ਲਾਈ ਹੋਈ ਆ ਪਿੰਡਾਂ 'ਚ, ਲਾਈਨਾਂ ਲੱਗ ਜਾਂਦੀਆਂ, ਤੁਸੀਂ ਤਾਂ ਦੇਖਦੇ ਹੀ ਹੋ ਕਿਵੇਂ ਲਾਈਨਾਂ ਲਾ ਕੇ ਲੜ ਰਹੇ ਹੁੰਦੇ ਨੇ। ਜਿਹੜਾ ਨਸ਼ਾ ਕਰਦਾ ਉਹ ਹਮੇਸ਼ਾ ਪੀੜਤ ਹੁੰਦਾ, ਉਹਨੂੰ ਪੀੜਤ ਵਾਂਗੂ ਟਰੀਟ ਕਰਨਾ ਚਾਹੀਦਾ, ਨਾ ਕਿ ਦੋਸ਼ੀ ਵਾਂਗੂ। ਅਸੀਂ ਇੱਥੇ ਦੇਖ ਰਹੇ ਹਾਂ ਕਿ ਛੋਟੇ ਛੋਟੇ ਵਿਚਾਰੇ ਜਿਹੜੇ ਪੀਣ ਵਾਲੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਪਾ ਦਿੰਦੇ। ਜਿਹੜੇ ਉਹ ਵੱਡੇ ਤਸਕਰ ਨੇ, ਜਿਹੜੀਆਂ ਵੱਡੀਆਂ ਮੱਛੀਆਂ ਨੇ, ਵੱਡੇ ਮਗਰਮੱਛ ਨੇ, ਉਹਨਾਂ ਦਾ ਲੱਕ ਕਦੋਂ ਤੋੜਿਆ ਜਾਂਦਾ? ਜਿਹੜੇ ਇੰਟਰਨੈਸ਼ਨਲ ਡਰੱਗ ਤਸਕਰ ਨੇ। ਯਾਦਵਿੰਦਰ ਜੀ, ਨਸ਼ਾ ਖਤਮ ਹੋਊਗਾ ਜਾਂ ਸਰਕਾਰਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਇਸ ਨੂੰ ਲੈ ਕੇ? ਦੇਖੋ, ਸਰਕਾਰਾਂ ਫਾਰਮੈਲਿਟੀ ਕਰਦੀਆਂ ਨੇ। ਆਪਾਂ ਦੇਖਿਆ ਜਿੰਨੀਆਂ ਸਰਕਾਰਾਂ ਪੰਜਾਬ 'ਚ ਰਹੀਆਂ, ਭਾਰਤ 'ਚ ਰਹੀਆਂ, ਇੱਕ ਫਾਰਮੈਲਿਟੀ ਹੁੰਦੀ ਹੈ। ਹੁਣ ਇੱਥੇ ਅਧਿਕਾਰਤ ਤੌਰ 'ਤੇ ਆਪਾਂ ਦੇਖ ਰਹੇ ਹਾਂ ਕਿ ਸਰਕਾਰਾਂ ਨਸ਼ੇ ਦੇ ਰਹੀਆਂ ਨੇ। ਆ ਜਿਹੜੀ ਇੱਕ ਗੋਲੀ ਲਾਈ ਹੋਈ ਆ ਪਿੰਡਾਂ 'ਚ, ਲਾਈਨਾਂ ਲੱਗ ਜਾਂਦੀਆਂ, ਤੁਸੀਂ ਤਾਂ ਦੇਖਦੇ ਹੀ ਹੋ ਕਿਵੇਂ ਲਾਈਨਾਂ ਲਾ ਕੇ ਲੜ ਰਹੇ ਹੁੰਦੇ ਨੇ, ਹੈ ਨਾ। ਉਹ ਪੀੜਤ ਨੇ, ਉਹਨਾਂ ਨੂੰ ਦੋਸ਼ੀ ਨਹੀਂ ਮੰਨਣਾ ਚਾਹੀਦਾ। ਜਿਹੜਾ ਨਸ਼ਾ ਕਰਦਾ ਉਹ ਹਮੇਸ਼ਾ ਪੀੜਤ ਹੁੰਦਾ, ਉਹਨੂੰ ਪੀੜਤ ਵਾਂਗੂ ਟਰੀਟ ਕਰਨਾ ਚਾਹੀਦਾ, ਨਾ ਕਿ ਦੋਸ਼ੀ ਵਾਂਗੂ। ਅਸੀਂ ਇੱਥੇ ਦੇਖ ਰਹੇ ਹਾਂ ਕਿ ਛੋਟੇ ਛੋਟੇ ਵਿਚਾਰੇ ਜਿਹੜੇ ਪੀਣ ਵਾਲੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਪਾ ਦਿੰਦੇ ਨੇ। ਉਹ ਤਾਂ ਬਿਮਾਰ ਹੈਗਾ, ਉਹ ਤਾਂ ਮਰੀਜ਼ ਹੈ। ਜੇ ਕੋਈ ਨਸ਼ੇ 'ਤੇ ਲੱਗ ਗਿਆ, ਉਹ ਸਾਈਕੋਲੋਜੀਕਲ ਪ੍ਰੋਬਲਮ ਆ ਨਾ ਕੋਈ, ਤਾਂ ਸਾਈਕੋਲੋਜੀ ਦਾ ਤਾਂ ਇਲਾਜ ਹੁੰਦਾ ਨਾ ਬੰਦੇ ਦਾ। ਬੰਦੇ ਨੂੰ ਤੁਸੀਂ ਸਹੀ ਰਾਹ 'ਤੇ ਲੈ ਕੇ ਆਉਂਦੇ ਹੋ। ਕੋਈ ਅੰਮ੍ਰਿਤ ਛਕਾ ਕੇ ਲੈ ਕੇ ਆਉਂਦਾ ਧਰਮ ਦੇ ਜ਼ਰੀਏ, ਕੋਈ ਉਹਦੀ ਕਾਉਂਸਲਿੰਗ ਕਰਦਾ ਹੈਗਾ, ਕੋਈ ਕੁਛ ਕਰਦਾ। ਬਹੁਤ ਸਾਰੇ ਰਾਹ ਨੇ ਉਹਦੇ 'ਚ। ਇੱਕ ਰਾਹ ਧਰਮ ਵੀ ਹੈ, ਉਹਦੇ 'ਚ ਇੱਕ ਰਾਹ ਕੋਈ ਐਕਟਿਵਿਜ਼ਮ ਵੀ ਹੈ, ਉਹਦੇ 'ਚ NGOs ਨੇ, ਬਹੁਤ ਸਾਰਾ ਕੁਝ ਹੈ। ਪਰ ਸਰਕਾਰਾਂ ਕੀ ਕਰ ਰਹੀਆਂ ਨੇ? ਸਰਕਾਰਾਂ ਤਾਂ ਜਦੋਂ ਤੱਕ ਜਿਹੜੀ ਲੱਕ ਤੋੜਨ ਦੀ ਗੱਲ ਕੈਪਟਨ ਵੀ ਕਹਿੰਦੇ ਹੁੰਦੇ ਸੀ, ਉਦੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ, ਉਸ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਰਹੀਆਂ। ਅੱਜ ਦੀ ਖੇਡ ਨਹੀਂ ਹੈ, ਕਿਉਂਕਿ ਪੰਜਾਬ ਬਾਰਡਰ ਸਟੇਟ ਆ। ਇੱਥੇ ਬਾਰਡਰ ਦੇ ਜ਼ਰੀਏ ਨਸ਼ੇ ਦੀ ਜਲਦੀ ਐਂਟਰੀ ਹੁੰਦੀ ਹੈ। ਤਾਂ ਸਵਾਲ ਤਾਂ ਇਹ ਹੈਗਾ ਕਿ ਜਿਹੜੇ ਵੱਡੇ ਤਸਕਰ ਨੇ, ਜਿਹੜੀਆਂ ਵੱਡੀਆਂ ਮੱਛੀਆਂ ਨੇ, ਵੱਡੇ ਮਗਰਮੱਛ ਨੇ, ਉਹਨਾਂ ਦਾ ਲੱਕ ਕਦੋਂ ਤੋੜਿਆ ਜਾਂਦਾ? ਜਿਹੜੇ ਇੰਟਰਨੈਸ਼ਨਲ ਡਰੱਗ ਤਸਕਰ ਨੇ, ਜਿਹੜੇ ਪੰਜਾਬ ਦੀ ਜਵਾਨੀ ਨੂੰ, ਦੇਸ਼ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ। ਇੱਕ ਤਾਂ ਉਹ ਪੱਖ ਆ ਗਿਆ। ਦੂਜਾ ਪੱਖ ਜਿਹੜਾ ਖਤਮ ਕਰਨ ਵਾਲਾ ਇਹ ਹੈ ਕਿ ਤੁਸੀਂ ਜਿਹੜੇ ਲੋਕ ਲੱਗ ਗਏ ਨੇ ਉਹਨਾਂ ਨੂੰ ਪੀੜਤ ਮੰਨੋ, ਉਹਨਾਂ ਨੂੰ ਮਰੀਜ਼ ਮੰਨੋ, ਉਹਨਾਂ ਨੂੰ ਬਿਮਾਰ ਮੰਨੋ। ਉਹਨਾਂ ਦੇ ਨਾਲ ਤੁਹਾਡਾ ਇੱਕ ਸੰਵਾਦ ਹੋਣਾ ਚਾਹੀਦਾ ਗਾ। ਇਹ ਨਹੀਂ ਕਿ ਤਾਂ ਮਤਲਬ ਕੋਈ ਵੀ ਬੰਦਾ ਨਸ਼ਾ ਕਰ ਰਿਹਾ, ਉਹ ਕਿਉਂ ਕਰ ਰਿਹਾ, ਉਹਦੇ ਪਿੱਛੇ ਰੀਜ਼ਨ ਹੋਣਗੇ, ਕਾਰਨ ਹੋਣਗੇ। ਹਾਲਾਂਕਿ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਜੀ ਮੇਰਾ ਤਾਂ ਰੀਜ਼ਨ ਸੀ, ਮੈਂ ਲੱਗ ਗਿਆ। ਇਹ ਕੋਈ ਵਧੀਆ ਗੱਲ ਨਹੀਂ ਹੈਗੀ, ਪਰ ਸਾਨੂੰ ਤਾਂ ਸੈਂਸਿਟਿਵਲੀ ਸਮਝਣਾ ਪਊਗਾ ਨਾ। ਉਹ ਤਾਂ ਇੱਕ ਮਰੀਜ਼ ਹੈ, ਉਹ ਕਿਸੇ ਗੱਲ ਦੇ ਉੱਤੇ ਲੱਗ ਗਿਆ, ਕਿਤੋਂ ਕੋਈ ਬਹੁਤ ਸਾਰੀਆਂ ਘਟਨਾਵਾਂ ਜ਼ਿੰਦਗੀ 'ਚ ਹੁੰਦੀਆਂ ਨੇ, ਬੰਦਾ ਲੱਗ ਜਾਂਦਾ ਗਾ। ਪਰ ਉਹਨੂੰ ਮੋੜ ਕੇ ਕਿਵੇਂ ਲਿਆਉਣਾ? ਸਾਡਾ ਏਜੰਡਾ ਉਹਨੂੰ ਮੋੜਨਾ, ਸਮਾਜ ਦਾ ਏਜੰਡਾ, ਮਾਪਿਆਂ ਦਾ ਏਜੰਡਾ, ਸਰਕਾਰਾਂ ਦਾ ਏਜੰਡਾ, NGOs ਦਾ ਏਜੰਡਾ, ਸਾਡੀਆਂ ਧਾਰਮਿਕ ਸੰਸਥਾਵਾਂ ਦਾ ਏਜੰਡਾ, ਉਸ ਨੂੰ ਮੋੜ ਕੇ ਲਿਆਉਣਾ। ਨਾ ਕਿ ਕਹਿਣਾ ਇਹਨੂੰ ਤਾਂ ਸਮਾਜ ਬਾਈਕਾਟ ਕਰ ਦਿਓ, ਇਹ ਤਾਂ ਦੋਸ਼ੀ ਹੈ। ਉਹ ਦੋਸ਼ੀ ਨਹੀਂ ਹੈਗਾ। ਦੋਸ਼ੀ ਉਹ ਜਿਹੜਾ ਵੇਚ ਰਿਹਾ ਹੈਗਾ, ਜਿਹਨੇ ਇਹ ਜਵਾਨੀ ਨੂੰ ਲਾਇਆ, ਜਿਹੜਾ ਉਪਲਬਧ ਕਰਵਾ ਰਿਹਾ ਹੈਗਾ, ਜਿਹੜਾ ਵੱਡੀਆਂ ਵੱਡੀਆਂ ਖੇਪਾਂ ਲਿਆ ਕੇ ਵੇਚਦਾ ਜਾਂ ਵਿਕਵਾਉਂਦਾ ਹੈਗਾ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈਗੀ। ਨਾ ਕਿ ਇਸ ਗੱਲ ਦੇ ਉੱਤੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ। ਜਦੋਂ ਤੱਕ ਇਹ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾਏਗਾ, ਉਦੋਂ ਫਿਰ ਆਹੀ ਕੁਝ ਹੋਏਗਾ। ਉੱਥੇ ਕਰੂਜ਼ ਪਾਰਟੀ, ਦੇਖੋ ਇਹ ਤਾਂ ਗੱਲਾਂ ਨੇਗੀਆਂ। ਆਪਾਂ ਨੂੰ ਪਤਾ ਵੱਡੇ ਸ਼ਹਿਰ ਨੇ ਜਿਹੜੇ ਬੰਬੇ ਆ, ਦਿੱਲੀ ਆ, ਪੂਨੇ ਆ, ਨਾਸਿਕ ਔਰ ਦੇਸ਼ ਦੇ ਹੋਰ ਵੱਡੇ ਸ਼ਹਿਰਾਂ 'ਚ ਕੀ ਹੁੰਦਾ ਗਾ। ਸੈਟਰਡੇ ਨੂੰ, ਸੰਡੇ ਨੂੰ ਕਿਵੇਂ ਪਾਰਟੀਆਂ ਹੁੰਦੀਆਂ ਨੇ, ਕਿਵੇਂ ਡਰੱਗ ਚੱਲਦੀ ਹੈ। ਇਹ ਤਾਂ ਕਿਸੇ ਤੋਂ ਲੁਕੀ ਹੋਈ ਗੱਲ ਤਾਂ ਹੈ ਹੀ ਨਹੀਂ ਗੀ। ਇਹ ਕੋਈ ਇੱਕ ਕਰੂਜ਼ ਦੀ ਪਾਰਟੀ ਦੀ ਗੱਲ ਥੋੜ੍ਹੀ ਹੈਗੀ ਕਿ ਸ਼ਾਹਰੁਖ ਖਾਨ ਦਾ ਮੁੰਡਾ ਉੱਥੇ ਸੀਗਾ। ਇਹ ਤਾਂ ਪਤਾ ਇਸ ਦੇਸ਼ ਦੇ ਅੰਦਰ, ਔਰ ਕਲਾਸ ਕਰਦੀ ਹੈ। ਕਲਾਸ ਦੇ ਲੋਕ, ਜਿਹੜੇ ਐਲੀਟ ਕਲਾਸ ਹੈਗੇ, ਉਹ ਇਸ 'ਚ ਇਨਵੋਲਵ ਹੁੰਦੀ ਹੈ। ਇਹ ਕਿਵੇਂ ਪਾਰਟੀਆਂ ਹੁੰਦੀਆਂ ਨੇ, ਕਿਵੇਂ ਉੱਥੇ ਨਸ਼ਾ ਚੱਲਦਾ, ਸਭ ਨੂੰ ਪਤਾ। ਕਿੰਨੀਆਂ ਫਿਲਮਾਂ ਬਣ ਗਈਆਂ ਅਤੇ ਕਿੰਨੀਆਂ ਕਿਤਾਬਾਂ ਲਿਖੀਆਂ ਗਈਆਂ। ਇਸ ਕਰਕੇ ਇਹ ਗੱਲਾਂ ਨੂੰ ਲੁਕਾਉਣ ਵਾਲੀ ਗੱਲ ਨਹੀਂ ਹੈਗੀ। ਗੱਲ ਇਹ ਹੈਗਾ ਕਿ ਓਵਰਆਲ ਮਸਲੇ ਦਾ ਹੱਲ ਕੀ ਹੋਵੇ। ਇਹਦੇ 'ਤੇ ਇੱਕ ਟੋਟਲ ਸਰਕਾਰਾਂ ਨੂੰ ਇੱਕ ਪਲਾਨ ਬਣਾਉਣਾ ਚਾਹੀਦਾ। ਔਰ ਉਹਦੇ 'ਚ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜਿਹੜੇ ਲੋਕ ਵੇਚਦੇ ਆ, ਉਹ 'ਤੇ ਸਖਤ ਤੋਂ ਸਖਤ ਕਾਨੂੰਨ ਹੋਵੇ। ਉਹਨਾਂ ਨੂੰ ਇਹੀ ਜੋ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ, ਉਹ ਕਦੇ ਬਾਹਰ ਨਾ ਆਉਣ ਸਕਣ ਜੇਲ੍ਹ 'ਚੋਂ, ਤਾਂ ਕਿ ਉਹਨਾਂ ਨੂੰ ਇੱਕ ਪਤਾ ਲੱਗੇ, ਬਾਹਰ ਦੂਜਾ ਬੰਦਾ ਜਿਹੜਾ ਵੇਚ ਰਿਹਾ ਹੋਵੇ, ਕਿ ਯਾਰ ਬਹੁਤ ਵੱਡੀ ਸਜ਼ਾ ਜੇ ਮੈਂ ਇਹ ਜੁਰਮ ਕਰੂੰਗਾ। ਇਹ ਨਹੀਂ ਗਾ ਕਿ ਕੀਤਾ ਮੁੜ ਕੇ ਜ਼ਮਾਨਤ ਹੋ ਗਈ, ਜ਼ਮਾਨਤ ਲੈ ਕੇ ਬਾਹਰ ਆਓ। ਪੀਣ ਵਾਲੇ ਨਾਲੋਂ ਵੇਚਣ ਵਾਲਾ, ਜਿਹੜਾ ਪੀਣ ਵਾਲੇ ਨੂੰ ਟਰੀਟ ਕਰਨਾ ਚਾਹੀਦਾ ਇੱਕ ਪੀੜਤ ਦੇ ਤੌਰ 'ਤੇ, ਇੱਕ ਮਰੀਜ਼ ਦੇ ਤੌਰ 'ਤੇ। ਵੇਚਣ ਵਾਲੇ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹ ਮਾਵਾਂ ਦੇ ਪੁੱਤੋਂ ਮਾਰ ਰਿਹਾ। ਬਹੁਤ ਸਾਰੇ ਤਾਂ ਭੋਲੇ ਭਾਲੇ, ਆਪਾਂ ਵੀ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹੇ ਹਾਂ, ਦੇਖਿਆ। ਚੰਗੇ ਭਲੇ ਮੁੰਡੇ ਹੁੰਦੇ ਸੀ, ਥੋੜ੍ਹੇ ਜਿਹੇ ਦਿਨਾਂ ਬਾਅਦ ਮਿਲਣਾ, ਸਮੈਕ ਨਾ ਪੀਤੀ ਹੋਈ, ਚਿੱਟੇ ਨਾਲ ਡੱਕਿਆ ਹੋਇਆ। ਅਸੀਂ ਮਿਲੇ, ਕਦੇ ਬੱਸ ਸਟੈਂਡਾਂ 'ਤੇ ਮਿਲੇ, ਕਦੇ ਕਿਤੇ ਮਿਲੇ। ਮੈਂ ਬਹੁਤ ਸਾਰੇ ਜਾਣਦਾ ਗਾ ਜਦੋਂ ਕਾਲਜ ਪੜ੍ਹਦੇ ਸੀ ਯੂਨੀਵਰਸਿਟੀ। ਪਤਾ ਹੀ ਨਹੀਂ, ਕਦੇ ਸਹੁੰ ਨਹੀਂ ਖਾਂਦਾ ਹੁੰਦਾ ਸੀ ਬੰਦਾ ਕਿ ਯਾਰ ਨਹੀਂ, ਸਹੁੰ ਖਾਂਦਾ ਹੁੰਦਾ ਸੀ ਬੰਦਾ ਯਾਰ ਆਹ ਤਾਂ ਬੰਦਾ ਕਰੇ। ਬਾਅਦ 'ਚੋਂ ਦੇਖਣਾ ਉਹ ਚਿੱਟੇ 'ਤੇ ਲੱਗ ਗਿਆ। ਬਾਅਦ 'ਚ ਇਹ ਪਤਾ ਲੱਗਣਾ ਚਿੱਟੇ ਨਾਲ ਮੌਤ ਹੋ ਗਈ। ਅਤੇ ਇਹਦੇ ਲਈ ਕੌਣ ਕਸੂਰਵਾਰ? ਇਹਦੇ ਲਈ ਉਹ ਥੋੜ੍ਹੀ ਕਸੂਰਵਾਰ ਆ ਜਿਹੜਾ ਇੱਕ ਬਹੁਤ ਪੋਟੈਂਸ਼ੀਅਲ ਵਾਲੇ ਮੁੰਡੇ, ਮੈਂ ਕਹਿੰਦਾ ਇਸੇ ਦੀਆਂ ਅੱਖਾਂ ਨਾਲ ਦੇਖੇ ਹੋਏ ਸਾਡੇ
ਮੁੰਡੇ ਜਿਹੜੇ ਸਾਡੇ ਪੜ੍ਹਦੇ ਸੀ ਜਿਹੜੇ ਦੌਰ ਦੇ ਅੰਦਰ ਕਿ ਯਾਰ ਇਹ ਤਾਂ ਮੁੰਡੇ ਸਪੋਰਟਸ 'ਚ ਗੁੱਡ ਮੁੰਡੇ, ਕਿਸੇ ਵੀ ਮਤਲਬ ਪੜ੍ਹਨ 'ਚ ਵੀ ਵਧੀਆ, ਤੇ ਲਾ ਦਿੱਤੇ ਕਿ ਉਹ ਨਾਲ ਦੇ ਲਾ ਦਿੰਦੇ ਸੀ। ਤੇ ਨਾਲ ਦਾ ਕਿਵੇਂ ਲੱਗਦਾ, ਉਹ ਵੀ ਕਿਤੋਂ ਲੱਗਿਆ ਹੋਊਗਾ। ਇਹ ਤਾਂ ਪੂਰੀ ਚੇਨ ਬਣ ਜਾਂਦੀ ਹੈ ਫਿਰ। ਔਰ ਜਿਹੜੇ ਖਾਸ ਤੌਰ 'ਤੇ ਚਿੱਟਾ ਸਮੈਕ ਜਿਹੜੇ ਇਹ ਨਸ਼ੇ ਨੇ, ਇਹਦੇ ਤਾਂ ਫਿਰ ਬਹੁਤ ਸਾਰੇ ਪਲੇਅਰ ਜਾਣਬੁੱਝ ਕੇ ਲਵਾਉਂਦੇ ਨੇ। ਇੱਥੇ ਤਾਂ ਬੋਲਿਆ, ਇੱਥੇ ਇੱਕ ਪੁਲਿਸ ਦੇ ਉੱਤੇ ਕੇਸ ਹੋਇਆ ਸੀ, ਇਹਦੇ 'ਚ ਇੱਕ ਬੋਲਿਆ ਸੀ, ਕੁੜੀ ਬੋਲੀ ਸੀ, ਇੱਕ ਮੁੰਡਾ ਬੋਲਿਆ ਸੀ ਕਿ ਸਾਨੂੰ ਕਿਵੇਂ ਲਾਇਆ ਗਿਆ। ਯਾਨੀ ਇੱਕ ਵਾਰ ਤਾਂ ਸਵਾਦ ਲਈ ਕਹਿ ਦਿੰਦੇ ਨੇ ਕਿ ਦੇਖੋ ਤੁਸੀਂ ਕਰਕੇ, ਉਹ ਚੀਜ਼ ਹੀ ਇਹ ਜਿਹੜਾ ਇੱਕ ਵਾਰ ਟੱਚ ਕਰ ਲੈਂਦਾ ਮੁੜ ਕੇ ਉਹ 'ਚੋਂ ਨਿਕਲਦਾ ਨਹੀਂ ਗਾ। ਇਸ ਕਰਕੇ ਇਹ ਚੀਜ਼ਾਂ ਜ਼ਰੂਰੀ ਨੇ, ਜਿਹੜੇ ਵੇਚਦੇ ਆ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਕੀ ਲੱਗਦਾ ਜਿਹੜੀ ਸਿੱਖਿਆ ਪ੍ਰਣਾਲੀ ਆ ਸਾਡੀ, ਜਾਂ ਜਿਹੜੇ ਅਧਿਆਪਕ ਨੇ, ਉਹਨਾਂ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਬਣਦੀਆਂ ਨੇ, ਕਿਉਂਕਿ ਸਕੂਲਾਂ ਕਾਲਜਾਂ ਤੋਂ ਇਹ ਚੀਜ਼ਾਂ ਸ਼ੁਰੂ ਹੁੰਦੀਆਂ? ਬਿਲਕੁਲ, ਮੈਂ ਤਾਂ ਜਿਹੜੀ ਗੱਲ ਪਹਿਲਾਂ ਕਹਿ ਕੇ ਹਟਿਆ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਅੰਦਰ ਜਿਹੜੀ ਸਾਡੀ ਮੋਰਲ ਐਜੂਕੇਸ਼ਨ ਆ ਨਾ, ਉਹਦੀ ਘਾਟ ਆ ਗਈ। ਇਹ ਜਿਹੜੀ ਸਾਡੀ ਕਲਰਕੀ ਵਾਲੀ ਪੜ੍ਹਾਈ ਆ ਨਾ, ਮੈਕਾਲੇ ਕੀ ਕਰਕੇ ਗਿਆ, ਅੰਗਰੇਜ਼ਾਂ ਨੂੰ ਕਲਰਕ ਚਾਹੀਦੇ ਸੀ, ਉਹਨਾਂ ਨੇ ਸਾਡਾ ਪੜ੍ਹਾਈ ਦਾ ਸਿਸਟਮ ਬਣਾਇਆ ਕਿ ਸਾਨੂੰ ਕਲਰਕ ਪੈਦਾ ਹੁੰਦੇ ਰਹਿਣ, ਬਸ ਬੰਦੇ ਕਲਰਕ ਬਣਦੇ ਰਹਿਣ, ਟੈਕਨੀਕਲ ਕੰਮ ਕਰਦੇ ਰਹਿਣ, ਸਾਡਾ ਦਿਮਾਗ ਨਾ ਚਲਾਉਣ, ਬਸ ਉੱਥੋਂ ਤੱਕ ਸੀਮਤ, ਵੀ ਬਸ ਅਰਜੀ ਲਿਖੀ, ਮੋਹਰ ਲਵਾਈ, ਅੱਗੇ। ਐਜੂਕੇਸ਼ਨ ਇਹ ਨਹੀਂ ਹੁੰਦੀ, ਮੈਂ ਬਾਰ-ਬਾਰ ਕਹਿਣਾ ਹੁੰਦਾ, ਟ੍ਰੇਨਿੰਗ ਆ। ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਐਜੂਕੇਸ਼ਨ ਨਹੀਂ ਆ, ਇਸੇ ਕਰਕੇ ਸਾਡੇ ਵਿਦਵਾਨ ਪੈਦਾ ਨਹੀਂ ਹੁੰਦੇ। ਇਸੇ ਕਰਕੇ ਮਤਲਬ ਕੀ ਹੈਗਾ, ਸਾਡੇ ਇੱਥੇ ਸਕਾਲਰ ਬੰਦੇ ਨਾਲ ਵੀ ਜਦੋਂ ਤੁਸੀਂ ਗੱਲ ਕਰ ਰਹੇ ਹੁੰਦੇ ਹੋਗੇ, ਉਹਦਾ ਲੈਵਲ ਜਦੋਂ ਆਪਾਂ ਦੇਖਦੇ ਹਾਂ, ਮਾਸਟਰ ਕੀਤੇ ਬੰਦੇ ਨਾਲ ਤੁਸੀਂ ਗੱਲ ਕਰਦੇ ਹੋ, ਕਿਸੇ ਵੀ ਚੀਜ਼ ਦੀ ਉਹਦੀ ਮਾਸਟਰ ਕੀਤੀ, ਉਹਦੇ ਨਾਲ ਗੱਲ ਕਰ ਲਓ, ਉਹਨੂੰ ਗੱਲ ਨਹੀਂ ਆਉਂਦੀ ਹੁੰਦੀ। ਉਹ 4 ਕਿਤਾਬਾਂ 'ਤੇ ਰੱਟੇ ਮਾਰਨ ਤੋਂ ਬਿਨਾਂ ਜਿਹੜੇ ਉਹ ਰੱਟੇ ਭੁੱਲ ਜਾਂਦਾ, ਉਹ ਬਾਅਦ 'ਚ ਰੱਟੇ ਤਾਂ ਨੰਬਰ ਲੈਣ ਲਈ ਮਾਰੇ ਹੋਏ ਨੇ, 6 ਮਹੀਨੇ ਬਾਅਦ ਉਹਦੇ ਨਾਲ ਉਹ ਕਿਤਾਬਾਂ 'ਤੇ ਗੱਲ ਕਰੋ ਤੇ ਉਹ ਵੀ ਨਹੀਂ ਯਾਦ ਹੋਣੀਆਂ। ਉਹ ਵਿਸ਼ੇ ਦੇ ਬਾਰੇ ਮਾਸਟਰਸ, ਕਿਸੇ ਚੀਜ਼ ਦਾ ਮਾਸਟਰ ਹੋਣਾ, ਮਾਸਟਰ ਵਾਲੇ ਬੰਦੇ ਨਾਲ ਗੱਲ ਕਰਨ ਉਹਨੂੰ ਪਤਾ ਹੀ ਨਹੀਂ ਹੋਊਗਾ, ਐਮਫਿਲ ਵਾਲੇ ਨਾਲ, PhD ਵਾਲਿਆਂ ਨਾਲ। ਆਪਾਂ ਰੋਜ਼ ਇੱਥੇ ਦੇਖਦੇ ਹਾਂ, ਕਿਉਂਕਿ ਸਾਡੀ ਐਜੂਕੇਸ਼ਨ ਨਹੀਂ ਹੈ, ਟ੍ਰੇਨਿੰਗ ਆ। ਜਦੋਂ ਤੱਕ ਸਾਡੇ ਉਹ ਮੋਰਲ ਐਜੂਕੇਸ਼ਨ ਨਹੀਂ ਹੋਏਗੀ, ਜਦੋਂ ਤੱਕ ਐਜੂਕੇਸ਼ਨ ਵਾਕਈ ਨਹੀਂ ਹੋਏਗੀ, ਇਹ ਟ੍ਰੇਨਿੰਗ ਕਰਾਈ ਜਾਂਦੇ ਨੇ। ਟ੍ਰੇਨਿੰਗ ਹੋਣਾ ਵੀ ਇੱਕ, ਐ ਨਹੀਂ ਕਹਿੰਦਾ ਮੈਂ ਟ੍ਰੇਨਿੰਗ ਕੋਈ ਘੱਟ ਚੀਜ਼ ਹੁੰਦੀ ਹੈ, ਟ੍ਰੇਨਿੰਗ ਵੀ ਹੋ ਸਕਦੀ ਹੈ, ਪਰ ਇੱਥੇ ਐਜੂਕੇਸ਼ਨ ਨਹੀਂ ਹੈ, ਟ੍ਰੇਨਿੰਗ ਆ। ਉਹ ਰੱਟੇ ਮਾਰੇ ਹੁੰਦੇ ਬੰਦੇ। ਮੈਂ ਕਹਿਣਾ ਹੁੰਦਾ ਗਾ ਕਿ ਯਾਰ ਤੁਸੀਂ 8ਵੀਂ ਜੋ ਪੜ੍ਹਿਆ ਸੀ ਉਹ ਤੋਂ 9ਵੀਂ ਯਾਦ ਨਹੀਂ ਹੁੰਦਾ, 9ਵੀਂ ਵਾਲਾ 10ਵੀਂ 'ਚ ਨਹੀਂ, 10ਵੀਂ 12ਵੀਂ ਜੋ ਤੁਹਾਡੇ ਹੁਣ ਤੱਕ ਕਲਾਸਾਂ ਪੜ੍ਹੀਆਂ ਤੁਹਾਡੇ ਯਾਦ ਆ ਕੁਛ? ਮੋਟੀਆਂ ਗੱਲਾਂ ਤੋਂ ਬਿਨਾਂ ਤੁਹਾਡੇ ਕੋਲ ਯਾਦ ਨਹੀਂ ਰਹਿੰਦਾ, ਕਿਉਂਕਿ ਤੁਹਾਡਾ ਉਹਦੇ ਨਾਲ ਰਿਸ਼ਤਾ ਉਸ ਤਰ੍ਹਾਂ ਦਾ ਨਹੀਂ ਸੀਗਾ। ਟ੍ਰੇਨਿੰਗ ਸੀਗੀ, ਐਂ ਪਤਾ ਹੁੰਦਾ ਸੀ ਆਹ ਲੈਣਾ, ਪੜ੍ਹਨਾ, ਨੰਬਰ ਲੈਣੇ ਆ, ਬਸ। ਇਸ ਕਰਕੇ ਜਦੋਂ ਮੋਰਲ ਐਜੂਕੇਸ਼ਨ ਆਏਗੀ, ਜਦੋਂ ਐਜੂਕੇਸ਼ਨ ਦਾ ਰਿਸ਼ਤਾ ਸਮਾਜ ਨਾਲ, ਧਰਮ ਨਾਲ, ਸਾਡੀਆਂ ਸੰਸਥਾਵਾਂ ਨਾਲ ਹੋਏਗਾ, ਫਿਰ ਬੰਦਾ 100 ਚੀਜ਼ਾਂ ਉਹ ਕਰਦਾ। ਯੂਨੀਵਰਸਿਟੀਆਂ ਕਹਿੰਦੀਆਂ ਨੇ ਕਿ ਡਰੱਗ ਅਬਿਊਜ਼ ਅਸੀਂ ਵਿਸ਼ਾ ਲੈ ਕੇ ਆਏ ਹਾਂ, ਉਹਦੇ ਨਾਲ ਕੋਈ ਠੱਲ ਪਈ? ਪਈ? ਉਹੀ ਗੱਲ ਆ, ਡਰੱਗ ਅਬਿਊਜ਼ ਵਿਸ਼ੇ ਨਾਲ ਨਹੀਂ ਨਾ, ਤੁਸੀਂ ਕਿਸੇ ਨੂੰ ਕਹਿਣ ਦੇ ਨਾਲ ਹੀ ਥੋੜ੍ਹੀ। ਹਾਲਾਂਕਿ ਇਹ ਬਹੁਤ ਵੱਡਾ ਸਵਾਲ ਹੈ, ਇਹ ਤਾਂ ਬਹੁਤ ਲਾਰਜਰ ਡਿਬੇਟ ਹੈ, ਇਹ 'ਚ ਮੈਂ ਨਹੀਂ ਜਾਊਂਗਾ, ਹੈ ਨਾ। ਜਿਵੇਂ ਸਮਾਜ ਜਦੋਂ ਤੋਂ ਬਣਿਆ ਉਦੋਂ ਤੋਂ ਨਸ਼ਾ ਹੈ। ਤੁਸੀਂ ਜਦੋਂ ਮਿਡੇਵਲ ਹਿਸਟਰੀ ਵੀ ਦੇਖਦੇ ਹੋਗੇ ਜਾਂ ਮੈਥੋਲੋਜੀ ਪੜ੍ਹ ਲਓ ਤੁਸੀਂ, ਹੈ ਨਾ। ਸਮਾਜ ਜਦੋਂ ਤੱਕ ਰਹੇਗਾ ਕਿ ਰਹੇਗਾ, ਨਸ਼ਾ ਮੁਕਤ ਸਮਾਜ ਕੋਈ ਹੋ ਸਕਦਾ, ਇਹ ਤਾਂ ਬਹੁਤ ਵੱਡੀ ਡਿਬੇਟ ਆ। ਪਰ ਗੱਲ ਹੁੰਦਾ ਕਿੰਨੀ ਕੁਆਂਟਿਟੀ ਦੇ ਅੰਦਰ ਕਿਹੜੀ ਡਰੱਗ ਆ ਕੇ ਕੀ ਕਰ ਰਹੀ ਹੈਗੀ, ਕਿਉਂ ਤੁਹਾਡਾ ਸਮਾਜ ਡਰੱਗ 'ਤੇ ਜਾ ਰਿਹਾ ਹੈਗਾ, ਇਹ ਤੁਹਾਡੇ ਲਈ ਵੱਡਾ ਸਵਾਲ ਆ। ਕਿਉਂ ਜਾ ਰਿਹਾ ਉਹ? ਜਿਹੜਾ ਮੈਂ ਕਹਿਣਾ ਗਾ ਕਿ ਸਮਾਜ ਅਗਰ ਕਿਸੇ ਨਸ਼ੇ 'ਤੇ ਜਾ ਰਿਹਾ, ਇੰਨੀ ਵੱਡੀ ਗਿਣਤੀ 'ਚ ਨੌਜਵਾਨ ਉੱਧਰ ਨੂੰ ਜਾ ਰਹੇ ਨੇ, ਉਹ 'ਚ ਕੁਛ ਲੋਕ ਹੋਣਗੇ ਜਿਹੜੇ ਲਾਲਚ 'ਚ ਲਾਲੇ ਹੋਣਗੇ, ਪਰ ਜਦੋਂ ਇਹ ਜਾਂਦਾ ਇਹ ਸਿੱਖ ਸਾਈਕੋਲੋਜੀ ਦਾ, ਇਹ ਸਾਡਾ ਇੱਕ ਵਿਸ਼ਾ ਹੈਗਾ ਜਿਹਦੇ ਉੱਤੇ ਇੱਕ ਸਟੱਡੀ ਹੋਣੀ ਚਾਹੀਦੀ ਹੈ, ਜਿਹਦੇ ਉੱਤੇ ਮੈਂ ਕਹਿਣਾ ਗਾ ਕਿ ਉਹ ਜਿਹੜੀ ਹੈਗੀ ਕਿ ਯੂਥ ਦੀ ਐਨਰਜੀ ਜਦੋਂ ਤੱਕ ਤੁਸੀਂ ਚੈਨਲਾਈਜ਼ ਨਹੀਂ ਕਰਦੇ, ਜਦੋਂ ਗਰਾਊਂਡਾਂ ਚੈਨਲਾਈਜ਼ ਹੋ, ਜਾਂ ਲਾਇਬ੍ਰੇਰੀਆਂ 'ਚ ਹੋ, ਜਾਂ ਕੋਈ ਪੋਇਟਰੀ 'ਚ ਹੋ, ਸੰਗੀਤ 'ਚ ਹੋ, ਕਿਤੇ ਤਾਂ ਹੋਊਗੀ ਨਾ ਜਿੱਥੇ ਆਪਦੀ ਐਨਰਜੀ ਚੈਨਲਾਈਜ਼ ਕਰੋ। ਐਨਰਜੀ ਚੈਨਲਾਈਜ਼ ਨਹੀਂ ਹੁੰਦੀ, ਉਹ ਇੰਨਾ ਐਨਰਜੈਟਿਕ ਬੰਦਾ ਫਿਰ ਜਾਂਦਾ ਪੁੱਠੇ ਪਾਸੇ ਚਲੇ ਜਾਂਦਾ। ਉਹੀ ਬੰਦੇ ਕਮਾਲ ਦੇ ਜਦੋਂ ਦੂਜੇ ਪਾਸੇ ਜਾਂਦਾ ਤਾਂ ਉਹ ਦੂਜੇ ਫੀਲਡਾਂ ਦੇ ਅੰਦਰ ਵੀ ਉਹ ਕਮਾਲ ਕਰਦੇ ਨੇ। ਇਸ ਕਰਕੇ ਜ਼ਰੂਰੀ ਹੈ ਕਿ ਇਹ ਸਾਰੀਆਂ ਗੱਲਾਂ ਦੇ ਉੱਤੇ ਇੱਕ ਮੋਰਲ ਜਿਹੜੀ ਐਜੂਕੇਸ਼ਨ ਆ ਗਈ, ਜਿਹੜਾ ਸਾਡਾ ਇਹ ਰੱਟਾਫਿਕੇਸ਼ਨ ਵਾਲੀ ਐਜੂਕੇਸ਼ਨ ਆ, ਜਿਹੜੀ ਟ੍ਰੇਨਿੰਗ ਆ ਗਈ, ਜਿਹਨੂੰ ਮੈਂ ਕਹਿੰਦਾ ਐਜੂਕੇਸ਼ਨ ਨਹੀਂ ਆ ਸਾਡੀ, ਇਹ ਟ੍ਰੇਨਿੰਗ ਆ। ਸਾਡੇ ਬੰਦੇ ਟ੍ਰੇਨਡ ਹੁੰਦੇ ਨੇ, ਟ੍ਰੇਨਿੰਗ ਕਰਦੇ ਨੇ, PhD ਦੀ ਵੀ ਟ੍ਰੇਨਿੰਗ ਕਰ ਲੈਂਦੇ ਨੇ, MPhil ਦੀ ਵੀ ਟ੍ਰੇਨਿੰਗ ਕਰ ਲੈਂਦੇ ਨੇ, MA ਦੀ ਵੀ ਟ੍ਰੇਨਿੰਗ ਕਰ ਲੈਂਦੇ ਨੇ। ਇਹ ਤਰਾਸਦੀ ਆ ਸਾਡੀ, ਮਤਲਬ ਟੀਚਰਾਂ ਦਾ ਕਸੂਰ ਨਹੀਂ ਹੈਗਾ ਜਾਂ ਯੂਨੀਵਰਸਿਟੀਆਂ ਦਾ, ਤਾਂ ਪੂਰਾ ਜਿਹੜਾ ਸਾਡਾ ਹੋਲ ਸਿਸਟਮ ਬਣਿਆ ਹੋਇਆ ਵਾ, ਉਹਦੇ 'ਚੋਂ ਕੁਛ ਟੀਚਰ ਹੁੰਦੇ ਨੇ, ਕੁਛ ਸੰਸਥਾਵਾਂ ਹੁੰਦੀਆਂ ਨੇ ਜਿਹੜੇ ਆਪਦੇ ਬੱਚੇ ਕੱਢ ਕੇ ਲਿਆਉਂਦੀਆਂ ਨੇ, ਜਿਹੜੇ ਕਿਸੇ ਵੀ ਬੱਚੇ ਨੂੰ, ਜਿਵੇਂ ਜਰਨਲਿਸਟ ਬਾਰੇ ਕਹਿਣਾ ਹੁੰਦਾ, ਜਿਹੜੇ ਜਰਨਲਿਸਟ ਨੂੰ ਇਕਨੋਮਿਕਸ ਤੋਂ ਲੈ ਕੇ ਸਾਈਕੋਲੋਜੀ ਤੱਕ ਬਾਰੇ ਨਹੀਂ ਪਤਾ, ਜਿਹਦੇ ਇੰਟਰਸਟ ਨਹੀਂ ਹੈਗੇ, ਉਹ ਕਦੇ ਜਰਨਲਿਸਟ ਨਹੀਂ ਬਣੂਗੇ। ਜੇ ਜਰਨਲਿਸਟ ਉਹ ਬਣ ਹੀ ਨਹੀਂ ਸਕਦਾ ਜਿਹੜਾ ਸਾਰੀਆਂ ਚੀਜ਼ਾਂ ਨੂੰ ਇੱਕ ਦੂਜੇ ਨਾਲ ਨਹੀਂ ਜੋੜ ਸਕਦਾ। ਸਾਰੀਆਂ ਚੀਜ਼ਾਂ ਨੂੰ ਇੱਕ ਦੂਜੇ ਨਾਲ ਉਹ ਜੋੜੂਗਾ ਜਿਹਦਾ ਸਾਰੇ ਵਿਸ਼ਿਆਂ ਦੇ ਅੰਦਰ ਇੰਟਰਸਟ ਹੋਊਗਾ, ਸਮਝਣ ਦੀ ਕੋਸ਼ਿਸ਼ ਕਰੂਗਾ। ਜਿਹੜਾ ਇਹ ਨਹੀਂ ਕਿ ਮਾਸ ਕਮਿਊਨੀਕੇਸ਼ਨ ਦੀ MA ਕਰਕੇ ਰੱਟਾ ਮਾਰ ਕੇ ਆ ਜਾਊਗਾ, ਉਹ ਜਰਨਲਿਸਟ ਥੋੜ੍ਹੀ ਬਣੂਗਾ। ਇਸ ਕਰਕੇ ਸਾਰੀਆਂ, ਮੈਂ ਤਾਂ ਆਪਦੇ ਫੀਲਡ ਬਾਰੇ ਕਹਿ ਰਿਹਾ, ਹੋਰਾਂ ਬਾਰੇ ਵੀ ਇਹੀ ਗੱਲ ਉਹ ਹੁੰਦੀ ਹੈ। ਮਤਲਬ ਕੋਈ ਲਿਟਰੇਚਰ ਦੇ ਅੰਦਰ ਪੰਜਾਬੀ ਦੀ MA ਕਰ ਲੈਂਦਾ ਜਾਂ MPhil ਕਰ ਲੈਂਦਾ, ਗੱਲ ਇਹ ਨਹੀਂ ਆ।
ਗੱਲ ਹੈ ਕਿ ਤੁਹਾਡਾ ਲਿਟਰੇਚਰ ਦੇ ਨਾਲ ਰਿਸ਼ਤਾ ਕੀ ਹੈਗਾ, ਇੰਗਲਿਸ਼ ਲਿਟਰੇਚਰ ਦੇ ਨਾਲ, ਦੁਨੀਆ ਦੇ ਲਿਟਰੇਚਰ ਦੇ ਨਾਲ, ਹੈ ਨਾ, ਸਾਡੇ ਮਿਡੇਵਲ ਲਿਟਰੇਚਰ ਦੇ ਨਾਲ, ਹਰ ਚੀਜ਼ ਦੇ ਨਾਲ ਤੁਹਾਡਾ ਰਿਸ਼ਤਾ ਕੀ ਹੈਗਾ। ਇਸ ਕਰਕੇ ਜ਼ਰੂਰੀ ਹੈ ਕਿ ਇਹ ਚੀਜ਼ਾਂ ਤਾਂ ਹੀ ਠੀਕ ਹੋਣਗੀਆਂ। ਨਸ਼ੇ ਵਾਲਾ ਮਸਲਾ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ ਉਹ ਤਾਂ ਹੀ ਹੋਊਗਾ ਜੇ ਉੱਥੇ ਇੱਕ ਮੋਰਲ ਲੈਵਲ ਦੇ ਉੱਤੇ, ਮੋਰਲ ਐਜੂਕੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਨੈਤਿਕਤਾ ਥੋਪ ਦਿੱਤੀ ਗਈ ਹੈ, ਉਹ ਵੀ ਗਲਤ ਹੈਗਾ। ਜਿਵੇਂ ਕਈ ਵਾਰ ਨੈਤਿਕ ਤੌਰ 'ਤੇ ਥੋਪ ਦਿੱਤਾ ਜਾਂਦਾ ਗਾ, ਥੋਪਣ ਨਾਲ ਨਹੀਂ ਕੁਛ ਹੁੰਦਾ। ਮੈਂ ਦੇਖਦਾ ਹੁੰਦਾ ਬਹੁਤ ਸਾਰੇ ਜਿਹੜੇ ਯੰਗ ਉਮਰ ਦੇ ਅੰਦਰ ਕਦੇ ਕਿਸੇ ਦਾ ਮਤਲਬ ਕਈ ਬਹੁਤ ਸਾਰੇ ਮੈਂ ਜਾਣਦਾ ਜਿਨ੍ਹਾਂ ਦੇ ਅਮਰ ਛਕੇ ਹੋਏ ਸੀ, ਅੱਜ ਨਹੀਂ ਹੈਗੇ, ਘਰਦਿਆਂ ਨੇ ਛਕਾਤਾ, ਬਾਅਦ 'ਚ ਉਹਨੇ ਨਹੀਂ ਰੱਖਿਆ। ਬਹੁਤ ਸਾਰੇ ਇਹੋ ਜਿਹੇ ਮੈਂ ਜਾਣਦਾ ਗਾ ਜਿਹੜੇ ਬੜੇ ਐਂ ਲੱਗਦਾ ਹੁੰਦਾ ਸੀ 8ਵੀਂ 9ਵੀਂ 10ਵੀਂ 'ਚ ਬੜੀ ਆਪਦੀ ਕੋਈ ਗੱਲ ਮਾਪਿਆਂ ਨੇ ਰੱਟਾ ਲਵਾਇਆ ਹੁੰਦਾ ਸੀਗਾ, ਉਹ ਹੁਣ ਨਹੀਂ ਉਵੇਂ ਬੰਦੇ। ਬੰਦਾ ਤਾਂ ਜੋ ਹੁੰਦਾ ਗਾ ਉਹਨੇ ਉਨੀ ਹੀ ਹੋਣਾ ਹੁੰਦਾ ਨਾ। ਇਹ ਬੰਦਾ ਕੀ ਹੁੰਦਾ, ਇਹ ਤਾਂ ਸਭ ਤੋਂ ਵੱਡਾ ਸਵਾਲ ਆ ਦੁਨੀਆ ਦਾ। ਇਸ ਕਰਕੇ ਇਹ ਚੀਜ਼ਾਂ ਦੇ ਬਾਰੇ ਇੱਕ ਹੋਲਿਸਟਿਕ ਸਮਝ, ਨੈਤਿਕਤਾ ਦਾ ਮਤਲਬ ਨਹੀਂ ਕਿ ਥੋਪ ਦੇਣਾ ਚਾਹੀਦਾ ਕੋਈ, ਪਰ ਇੱਕ ਟੋਟੈਲਿਟੀ ਜਦੋਂ ਰਿਸ਼ਤਾ ਹੋਏਗਾ, ਉਸ ਐਜੂਕੇਸ਼ਨ ਦਾ ਮੋਰਲੀ ਇੱਕ ਸਮਾਜ ਨਾਲ ਰਿਸ਼ਤਾ ਹੋਏਗਾ, ਚੀਜ਼ਾਂ ਨਾਲ ਹੋਏਗਾ, ਤਾਂ ਚੀਜ਼ਾਂ ਬਿਹਤਰ ਹੋਣਗੀਆਂ। ਸ਼ਾਇਦ ਸਮਾਜ ਇੱਧਰ ਨੂੰ ਇਸ ਤਰੀਕੇ ਨਾਲ ਨਹੀਂ ਜਾਏਗਾ। ਤਾਂ ਨਸ਼ੇ ਦਾ ਮਸਲੇ ਦਾ ਹੱਲ ਵੀ, ਬਾਕੀ ਚੀਜ਼ਾਂ ਦਾ ਹੱਲ ਵੀ ਉੱਥੇ ਪਿਆ ਜਦੋਂ ਅਸੀਂ ਹੋਲਿਸਟਿਕਲੀ ਸਾਰੇ ਸਮਾਜ ਨੂੰ ਹੋਲਿਸਟਿਕ ਤੌਰ ਦੇ ਉੱਤੇ ਅੰਡਰਸਟੈਂਡ ਕਰਾਂਗੇ ਅਤੇ ਉਹਨੂੰ ਸਮਝਾਂਗੇ।